ਇਟਲ ਪੰਜਾਬੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਇੱਕ ਵਾਰ ਫਿਰ ਹਾਜ਼ਰ ਹਾਂ ਅੱਜ ਦੀਆਂ ਕੁਝ ਖਾਸ ਨਿਊਜ਼ ਲੈ ਕੇ ਤੇ ਅੱਜ ਦਾ ਅਪਡੇਟ ਲੈ ਕੇ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਜਾਂ ਸੁਣ ਰਹੇ ਹੋ ਤਾਂ ਪਲੀਜ਼ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਵੋ ਤੇ ਵੀਡੀਓ ਦੀ ਨੋਟੀਫਿਕੇਸ਼ਨ ਲਈ ਬੈਲ ਆਈਕਨ ਦਾ ਬਟਨ ਜ਼ਰੂਰ ਪ੍ਰੈਸ ਕਰ ਲਵੋ ਤਾਂ ਕਿ ਜਦੋਂ ਵੀ ਅਸੀਂ ਨਵੀਂ ਵੀਡੀਓ ਅਪਲੋਡ ਕਰੇ ਉਹਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਵੇਗੀ। ਹੁਣ ਸ਼ੁਰੂ ਕਰਦੇ ਹਾਂ ਅੱਜ ਦਾ ਡਾਟਾ। ਪਹਿਲਾਂ ਦੇਖਦੇ ਹਾਂ ਆਪਾਂ ਇਟਲੀ ਦੇ ਵਿੱਚ ਅੱਜ ਕਿੰਨੇ ਕੇਸ ਆਏ ਹਨ। ਇਟਲੀ ਦੇ ਵਿੱਚ ਪਿਛਲੇ 24 ਘੰਟਿਆਂ ਦੇ ਵਿੱਚ 36,176 ਕੇਸ ਆਏ ਹਨ ਤੇ ਪਿਛਲੇ 24 ਘੰਟਿਆਂ ਦੇ ਵਿੱਚ 6,053 ਡੈਥ ਹੋਈਆਂ ਹਨ। ਤੇ ਜਿਹੜਾ ਇਟਲੀ ਦੇ ਵਿੱਚ ਲੋਂਬਾਰਦੀਆ ਰੀਜਨ ਹੈ ਉਹਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੇ ਅੱਜ ਕੇਸਿਸ ਆਏ ਹਨ, ਲਗਭਗ 7,000 ਤੋਂ ਉੱਤੇ ਕੇਸਿਸ ਆਏ ਹਨ। ਪੀਮੋਂਤੇ ਵਿੱਚ 5,000 ਤੋਂ ਉੱਤੇ ਕੇਸ ਆਏ ਹਨ ਤੇ ਵਨੀਤੋ ਦੇ ਵਿੱਚ 3,753 ਪੋਜ਼ੀਟਿਵ ਕੇਸ ਹਨ ਤੇ ਕੰਪਾਨੀਆਂ ਦੇ ਵਿੱਚ 3,334 ਕੇਸ ਆਏ ਹਨ। ਤੇ ਇਟਲੀ ਦੇ ਵਿੱਚ ਕੱਲ੍ਹ ਦੇ ਨਾਲੋਂ ਜ਼ਿਆਦਾ ਕੇਸ ਆਏ ਹਨ। ਕੱਲ੍ਹ 34,283 ਸੀ ਤੇ ਅੱਜ 36,176 ਕੇਸ ਹਨ। ਤੇ ਹੁਣ ਤੱਕ ਜਿਹੜੇ ਇਟਲੀ ਦੇ ਵਿੱਚ ਟੋਟਲ ਜਿਹੜੇ ਕੇਸਿਸ ਹੈਗੇ ਆ 13,08,528 ਹੋ ਚੁੱਕੇ ਹਨ ਤੇ ਅੱਜ 17,020 ਜਿਹੜੇ ਪੇਸ਼ੈਂਟਸ ਹੈਗੇ ਆ ਉਹ ਇਸ ਬਿਮਾਰੀ ਤੋਂ ਰਿਕਵਰ ਹੋਏ ਹਨ ਤੇ ਹੁਣ ਤੱਕ ਕੋਵਿਡ ਦੇ ਨਾਲ ਮਰਨ ਵਾਲਿਆਂ ਦੀ ਇਟਲੀ ਦੇ ਵਿੱਚ ਡੈਥ 47,870 ਹੋ ਚੁੱਕੀ ਹੈ ਤੇ ਪਿਛਲੇ 24 ਘੰਟਿਆਂ ਦੇ ਵਿੱਚ ਜਿਹੜੇ ਤਾਂਪੋਨੀ ਸਵੈਬ ਟੈਸਟ ਹੋਏ ਹਨ 2,50,186 ਹੋਏ ਹਨ ਤੇ ਇਟਲੀ ਦੇ ਵਿੱਚ ਡਾਕਟਰਾਂ ਦੀ ਜਿਹੜੀ ਤੇ 2 ਡਾਕਟਰ ਹੋਰ ਮਰ ਚੁੱਕੇ ਹਨ ਇਟਲੀ ਦੇ ਵਿੱਚ। ਤੇ ਹੁਣ ਜਿਹੜੇ ਸ਼ੁਰੂ ਤੋਂ ਲੈ ਕੇ ਜਦੋਂ ਦਾ ਇਹ ਪੈਂਡੈਮਿਕ ਸਟਾਰਟ ਹੋਇਆ ਹੈ 201 ਡਾਕਟਰ ਇਟਲੀ ਦੇ ਵਿੱਚ ਜਿਹੜੇ ਹੈਗੇ ਉਹਨਾਂ ਦੀ ਡੈਥ ਹੋ ਚੁੱਕੀ ਹੈ। ਤੇ ਇਸ ਤੋਂ ਬਾਅਦ ਜਿਹੜੀ ਅਗਲੀ ਨਿਊਜ਼ ਆ ਰਹੀ ਹੈ ਉਹ ਆ ਰਹੀ ਹੈ ਕਿ ਕਿਉਂਕਿ ਹੁਣ ਇਸ ਦਸੰਬਰ ਦੇ ਮੰਥ ਵਿੱਚ ਜਿਹੜਾ ਕ੍ਰਿਸਮਸ ਦਾ ਨਤਾਲਿਆਂ ਦਾ ਤਿਉਹਾਰ ਆ ਰਿਹਾ ਹੈ ਤੇ ਇਸ ਦੇ ਲਈ ਗਵਰਨਮੈਂਟ ਆਪਣੇ ਨਵੇਂ DPCM ਤੇ ਵਰਕ ਕਰ ਰਹੀ ਹੈ। ਤੇ ਪਹਿਲਾ ਜਿਹੜਾ ਸੀਗਾ DPCM ਉਹ 3 ਦਸੰਬਰ ਤੱਕ ਰਹੇਗਾ ਤੇ ਉਸ ਤੋਂ ਬਾਅਦ ਜਿਹੜਾ ਇੱਕ ਨਵਾਂ DPCM ਸਰਕਾਰ ਲਿਆਵੇਗੀ ਤੇ ਇਸ ਦੇ ਲਈ ਜਿਹੜਾ ਉਹਨਾਂ ਨੇ ਸੋਚਿਆ ਹੈ ਕਿ ਜਿਹੜਾ ਕਰਫਿਊ ਹੈਗਾ ਆ ਕੁਝ ਘੰਟਿਆਂ ਦੇ ਲਈ ਪੋਸਟਪੋਨ ਕੀਤਾ ਜਾਵੇਗਾ ਤੇ ਸ਼ਾਪਸ ਜਿਹੜੀਆਂ ਦੁਕਾਨਾਂ ਹੈਗੀਆਂ ਉਹਨਾਂ ਦਾ ਟਾਈਮ ਵੀ ਕੁਝ ਵਧਾਇਆ ਜਾਵੇਗਾ ਤੇ ਬਾਕੀ ਜਿਹੜੇ ਜਿਨ੍ਹਾਂ ਏਰੀਆ ਦੇ ਵਿੱਚ ਮਤਲਬ ਕਿ ਇਨਫੈਕਸ਼ਨ ਦਾ ਰਿਸਕ ਜ਼ਿਆਦਾ ਹੈ ਉਹਨਾਂ ਦੇ ਵਿੱਚ ਟਰੈਵਲਿੰਗ ਤੇ ਜਿਸ ਤਰ੍ਹਾਂ ਪਹਿਲਾਂ ਹੀ ਲਿਮਿਟਸ ਲੱਗੀਆਂ ਸੀ ਉਸ ਤਰ੍ਹਾਂ ਹੀ ਲੱਗੀਆਂ ਰਹਿਣਗੀਆਂ। ਤੇ ਇਸ ਤੋਂ ਇਲਾਵਾ ਸਰਕਾਰ ਨੇ ਮਤਲਬ ਕਿ ਇਹਦੇ ਲਈ ਕੋਈ ਹਰਾ ਸਿਗਨਲ ਨਹੀਂ ਦਿੱਤਾ ਹੈ ਤੇ ਉਹ ਸੋਚ ਰਹੀ ਹੈ ਕਿ ਇਸ ਕ੍ਰਿਸਮਸ ਦੇ ਤਿਉਹਾਰ ਦੇ ਵਿੱਚ ਨਾ ਹੀ ਕੋਈ ਡਿਨਰ ਹੋਵੇਗਾ, ਮਤਲਬ ਕਿ ਨਾ ਹੀ ਪਹਿਲਾਂ ਹੀ ਜਿਹੜੀ ਹੈ ਉਹ ਮੀਟਿੰਗਸ ਵਿੱਚ 6 ਤੋਂ ਜ਼ਿਆਦਾ ਘਰਾਂ ਦੇ ਵਿੱਚ ਲੋਕ ਨਹੀਂ ਇਕੱਠੇ ਹੋ ਸਕਦੇ। ਇਹਦੇ ਲਈ ਪਹਿਲਾਂ ਹੀ ਉਹਨਾਂ ਨੇ DPCM ਦੇ ਵਿੱਚ ਲਿਖਿਆ ਹੈ ਤੇ ਕੋਈ ਡਿਸਕੋ ਪਾਰਟੀ ਵੀ ਨਹੀਂ ਹੋਣਗੀਆਂ ਜਿਸ ਤਰ੍ਹਾਂ ਪਹਿਲਾਂ ਵੀ ਇਹ ਬੰਦ ਹੀ ਹੈ ਤੇ ਗਲੀਆਂ ਦੇ ਵਿੱਚ ਜਾਂ ਚੌਂਕਾਂ ਦੇ ਵਿੱਚ ਜਿਹੜੀ ਗੈਦਰਿੰਗ ਹੁੰਦੀ ਇਕੱਠ ਹੁੰਦਾ ਹੈ ਉਹ ਵੀ ਨਹੀਂ ਹੋਵੇਗਾ ਤੇ ਜਿਹੜੀ ਸ਼ਾਪਸ ਦੇ ਬਾਹਰ ਜਿਹੜੇ ਇਕੱਠ ਹੁੰਦਾ ਹੈ ਉਹ ਵੀ ਬੰਦ ਹੋਵੇਗਾ। ਤੇ ਜਿਹੜਾ ਕਰਫਿਊ ਹੈ ਫਿਲਹਾਲ ਉਹ 3 ਦਸੰਬਰ ਤੱਕ ਇਸ ਤਰ੍ਹਾਂ ਹੀ ਚੱਲੇਗਾ ਜਿਵੇਂ ਚੱਲ ਰਿਹਾ ਹੈ 10 ਤੋਂ ਲੈ ਕੇ ਸਵੇਰ ਦੇ 5 ਵਜੇ ਤੱਕ। ਤੇ ਜਿਹੜੇ ਯੈਲੋ ਏਰੀਆ ਹੈਗੇ ਆ ਇਹਨਾਂ ਦੇ ਵਿੱਚ ਜਿਹੜੇ ਰੈਸਟੋਰੈਂਟਸ ਹੈ ਉਹ ਸ਼ਾਮ ਨੂੰ ਖੋਲ੍ਹ ਸਕਦੇ ਹਨ ਤੇ ਟੇਬਲ ਦੇ ਉੱਤੇ ਸਿਰਫ 6 ਜਿਹੜੇ ਕਸਟਮਰਸ ਹੈਗੇ ਆ ਉਹਨਾਂ ਦੀ ਲਿਮਿਟ ਤੈਅ ਕੀਤੀ ਗਈ ਹੈ ਤੇ ਹਾਲੇ ਇਹ ਕਲੀਅਰ ਨਹੀਂ ਹੈਗਾ ਕਿ ਵੀਕਐਂਡਸ ਦੇ ਜਿਹੜੀਆਂ ਸ਼ਾਪਿੰਗ ਜਿਹੜੇ ਸੈਂਟਰਸ ਆ ਖੁੱਲ੍ਹਣਗੇ ਕਿ ਨਹੀਂ ਖੁੱਲ੍ਹਣਗੇ ਤੇ ਇਸ ਦੇ ਬਾਰੇ ਜਿਹੜੀ ਗਵਰਨਮੈਂਟ ਹੈਗੀ ਆ ਉਹ ਵਿਚਾਰ ਕਰ ਰਹੀ ਹੈ। ਤੇ ਇਸ ਤੋਂ ਬਾਅਦ ਅਗਲੀ ਨਿਊਜ਼ ਹੈ ਕਿ ਗਵਰਨਮੈਂਟ ਵਿਚਾਰ ਕਰ ਰਹੀ ਹੈ ਕਿ ਜਿਹੜੀ ਕੋਵਿਡ ਵੈਕਸੀਨ ਹੈਗੀ ਆ ਉਹਨਾਂ ਦੀ ਡਿਸਟਰੀਬਿਊਸ਼ਨ ਉਹਨਾਂ ਦੀ ਵੰਡ ਕਿਸ ਤਰ੍ਹਾਂ ਕੀਤੀ ਜਾਵੇਗੀ ਇਸ ਦੇ ਬਾਰੇ ਗਵਰਨਮੈਂਟ ਪਲੈਨਿੰਗ ਕਰ ਰਹੀ ਹੈ ਤੇ ਇਸ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੀ ਪ੍ਰੈਫਰੈਂਸ ਹੈਗੀ ਆ ਹਸਪਤਾਲਾਂ ਨੂੰ ਦਿੱਤੀ ਜਾ ਰਹੀ ਹੈ ਤੇ ਕੋਵਿਡ ਵੈਕਸੀਨ ਪਹਿਲਾਂ ਹਸਪਤਾਲਾਂ ਤੇ RSC ਵਿੱਚ ਲਗਾਇਆ ਜਾਵੇਗਾ। ਇਹ ਉਹ ਥਾਵਾਂ ਹੈ ਜਿੱਥੇ ਮਤਲਬ ਕਿ ਸਭ ਤੋਂ ਜ਼ਿਆਦਾ ਇਸ ਦੀ ਲੋੜ ਹੈ ਕਿਉਂਕਿ ਉਸ ਦਾ ਜਿਵੇਂ ਕਿ ਬਹੁਤ ਕ੍ਰਿਟੀਕਲ ਕੇਸਿਸ ਹਸਪਤਾਲਾਂ ਦੇ ਵਿੱਚ ICU ਵਿੱਚ ਹੈਗੇ ਆ ਪਹਿਲਾਂ ਇਹ ਸਾਰੀਆਂ ਸਹੂਲਤਾਂ ਉਹਨਾਂ ਨੂੰ ਦਿੱਤੀਆਂ ਜਾਣਗੀਆਂ ਤੇ ਇਸ ਤੋਂ ਬਾਅਦ ਬਾਕੀ ਹੋਰ ਜਿਹੜੇ ਨਾਗਰਿਕ ਤੇ ਹੋਰ ਜਿਹੜੀਆਂ ਕੈਟੇਗਰੀਜ਼ ਆਉਂਦੀਆਂ ਹੈ ਉਹਨਾਂ ਨੂੰ ਜਿਹੜੀ ਕਿ ਵੈਕਸੀਨ ਦਿੱਤੀ ਜਾਵੇਗੀ। ਤੇ ਇਸ ਤੋਂ ਬਾਅਦ ਉਹਨਾਂ ਨੇ ਇਹ ਵੀ ਦੱਸਿਆ ਹੈ ਕਿ ਜਿਹੜੇ ਵੈਕਸੀਨ ਹੈਗੀ ਆ ਇਹਨਾਂ ਨੂੰ ਹਸਪਤਾਲਾਂ ਵਿੱਚ 15 ਦਿਨਾਂ ਵਿੱਚ ਘੱਟੋ ਘੱਟ 2,000 ਲੋਕਾਂ ਨੂੰ ਵੈਕਸੀਨ ਲਗਵਾਉਣ ਦੇ ਯੋਗ ਮਤਲਬ ਕਿ ਹਸਪੀਟਲਸ ਨੂੰ ਹੋਣਾ ਚਾਹੀਦਾ ਹੈ। ਤੇ ਇਸ ਤੋਂ ਬਾਅਦ ਜਿਹੜੇ ਇਟਲੀ ਦੇ ਰੀਜਨਲ ਅਫੇਅਰਸ ਮਿਨਿਸਟਰ ਹੈ ਫ੍ਰਾਂਚੈਸਕੋ ਬੋਚਾ ਉਹਨਾਂ ਨੇ ਕਨਫਰਮ ਕੀਤਾ ਹੈ ਕਿ ਕੁਝ ਏਰੀਏ ਜਿਹੜੇ ਹੈਗੇ ਆ ਉਹ ਰੈੱਡ ਜ਼ੋਨ ਦੇ ਵਿੱਚ ਰਹਿ ਸਕਦੇ ਹਨ ਜਿਹੜੇ ਕਿ ਪਹਿਲਾਂ ਵੀ ਉਸ ਦੇ ਵਿੱਚ ਹੀ ਹਨ ਉਹ ਔਰੰਜ ਤੋਂ ਮਤਲਬ ਕਿ ਯੈਲੋ ਰੋਜ਼ ਜ਼ੋਨ ਦੇ ਵਿੱਚ ਨਹੀਂ ਚੇਂਜ ਹੋ ਰਹੇ। ਉਹ ਕਹਿੰਦੇ ਹਨ ਕਿ ਉਹਨਾਂ ਨੇ ਕਿਹਾ ਹੈ ਕਿ ਇਸ ਦੇ ਵਿੱਚ ਹੋਰ ਵੀ ਜ਼ਿਆਦਾ ਰੈੱਡ ਜਿਹੜੇ ਏਰੀਏ ਹੈਗੇ ਆ ਹੋਰ ਵੀ ਜਿਹੜੇ ਐਡ ਹੋ ਸਕਦੀਆਂ ਹਨ ਔਨ ਦਾ ਬੇਸਿਸ ਆਫ ਜਿਹੜੀ ਮੋਨੀਟਰਿੰਗ ਡਾਟਾ ਜਿਹੜਾ ਵੀ ਉਹ ਡਾਟਾ ਕੈਲਕੂਲੇਟ ਕੀਤਾ ਹੈ ਜਿਹੜੇ 21 ਫੈਕਟਰਸ ਹੈਗੇ ਆ ਜਿਹੜੇ ਕਿ ਡਿਸਾਈਡ ਕਰਦੇ ਹੈ ਕਿ ਜਿਹੜਾ ਕੋਈ ਵੀ ਰੀਜਨ ਹੈਗਾ ਉਹ ਰੈੱਡ ਜ਼ੋਨ 'ਚ ਜਾਂ ਯੈਲੋ ਜ਼ੋਨ ਦੇ ਵਿੱਚ ਜਾਂ ਔਰੰਜ ਜ਼ੋਨ ਦੇ ਵਿੱਚ ਜਾਏਗਾ ਉਹਨਾਂ ਨੂੰ ਦੇਖਦੇ ਹੋਏ ਉਹਨਾਂ ਨੇ ਇਹ ਕਿਹਾ ਹੈ। ਤੇ ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਕਿ ਇਸ ਹਫਤੇ ਦੇ ਮਤਲਬ ਕਿ ਐਂਡ ਤੱਕ ਕੁਝ ਰੀਜਨਸ ਹੈਗੇ ਆ ਉਹਨਾਂ ਦਾ ਕਲਰ ਚੇਂਜ ਹੋ ਸਕਦਾ ਹੈ ਜਿਵੇਂ ਕਿ ਪੂਲੀਆ ਲਗੂਰੀਆ ਤੇ ਬਾਜ਼ਲਿਕਾਤਾ ਜਿਹੜੇ ਹੁਣ ਔਰੰਜ ਜ਼ੋਨ ਵਿੱਚ ਸਨ ਤੇ ਉਹਨਾਂ ਦੇ ਵਿੱਚ ਜਿਹੜੇ ਕੇਸਿਸ ਵੱਧ ਰਹੇ ਹਨ ਤੇ ਰਿਸਕ ਦੇ ਆਧਾਰ ਤੇ ਇਹ ਰੈੱਡ ਜ਼ੋਨ ਦੇ ਵਿੱਚ ਕਨਵਰਟ ਹੋ ਸਕਦੇ ਹਨ। ਜਿਹੜਾ ਬੈਨੇਤੋ ਹੈ ਉਹ
मतलब कि ਯੈਲੋ ਜ਼ੋਨ ਦੇ ਤੋਂ ਮਤਲਬ ਔਰੰਜ ਜ਼ੋਨ ਦੇ ਵਿੱਚ ਕਨਵਰਟ ਹੋ ਸਕਦਾ ਹੈ ਕੁਝ ਘੰਟਿਆਂ ਤੋਂ ਬਾਅਦ। ਅਤੇ ਲਾਸੀਓ ਅਤੇ ਸਰਦਾਨੀਆ ਦੇ ਬਾਰੇ ਵੀ ਇਸ ਤਰ੍ਹਾਂ ਹੀ ਕਹਿ ਸਕਦੇ ਹਾਂ। ਅਤੇ ਜਿਹੜੇ ਲਾਸੀਓ ਅਤੇ ਸਰਦੇਨੀਆ ਹੈ ਇਸ ਦੇ ਬਾਰੇ ਮਤਲਬ ਕਿ ਕੁਝ ਕਨਫਰਮ ਨਹੀਂ ਹੈਗਾ ਕਿ ਇਹਨਾਂ ਨੂੰ ਯੈਲੋ ਜ਼ੋਨ ਦੇ ਵਿੱਚ ਹੀ ਰੱਖਿਆ ਜਾ ਸਕਦਾ ਹੈ ਜਾਂ ਫਿਰ ਇਹਨਾਂ ਨੂੰ ਔਰੰਜ ਜ਼ੋਨ ਦੇ ਵਿੱਚ ਕਨਵਰਟ ਕੀਤਾ ਜਾਵੇਗਾ। ਅਤੇ ਇਸ ਤੋਂ ਬਾਅਦ ਜਿਹੜੀ WHO ਦੀ ਰਿਪੋਰਟ ਆ ਰਹੀ ਹੈ ਉਹਨਾਂ ਦੇ ਅਕੋਰਡਿੰਗ ਯੂਰਪ ਦੇ ਵਿੱਚ ਸਭ ਤੋਂ ਜ਼ਿਆਦਾ ਡੈਥ ਹੋ ਰਹੀਆਂ ਹਨ ਅਤੇ ਹਰ ਇੱਕ 17 ਸੈਕਿੰਡ ਦੇ ਬਾਅਦ ਇੱਕ ਜਿਹੜਾ ਵਿਅਕਤੀ ਹੈ ਉਹ ਮਰ ਰਿਹਾ ਹੈ। ਅਤੇ ਯੂਰਪ ਦੇ ਵਿੱਚ 28% ਜਿਹੜਾ ਕੇਸਿਸ ਜ਼ਿਆਦਾ ਸਾਰੇ ਮਤਲਬ ਕਿ ਵਰਲਡ ਵਿੱਚ ਆ ਰਹੇ ਹਨ ਅਤੇ 26% ਜਿਹੜੀਆਂ ਡੈਥ ਹੋ ਰਹੀਆਂ ਹਨ। ਅਤੇ ਇਸ ਤੋਂ ਬਾਅਦ ਅਗਲੀ ਨਿਊਜ਼ ਚਾਈਨਾ ਤੋਂ ਆ ਰਹੀ ਹੈ। ਚਾਈਨਾ ਜਿਹੜੀ ਪਹਿਲੀ ਕੰਟਰੀ ਹੈ ਜਿੱਥੇ ਕਰੋਨਾ ਵਾਇਰਸ ਸ਼ੁਰੂ ਹੋਇਆ ਸੀ ਅਤੇ ਚਾਈਨਾ ਨੇ ਹੁਣ ਕਾਫੀ ਜ਼ਿਆਦਾ ਕੰਟਰੋਲ ਕਰ ਲਿਆ ਹੈ ਅਤੇ ਉਹਨਾਂ ਦੀ ਜਿਹੜੀ ਇਨਫੈਕਸ਼ਨ ਜਿਹੜੀ ਹੈਗੀ ਆ ਉਹ ਅੰਡਰ ਕੰਟਰੋਲ ਹੋ ਚੁੱਕੀ ਹੈ। ਅਤੇ ਪਿਛਲੇ 24 ਘੰਟਿਆਂ ਦੇ ਵਿੱਚ ਚਾਈਨਾ ਦੇ ਵਿੱਚ ਸਿਰਫ 12 ਨਵੇਂ ਕੇਸਿਸ ਆਏ ਹਨ। ਇਸ ਤੋਂ ਬਾਅਦ ਆਪਾਂ ਦੇਖਦੇ ਹਾਂ ਇਟਲੀ ਦੇ ਕੁਝ ਰੀਜਨਸ। ਪੀਮੋਂਤੇ ਵਿੱਚ ਅੱਜ 5349 ਕੇਸ ਆਏ ਹਨ। ਲੰਬਾਰਦੀਆਂ ਵਿੱਚ 7453, ਕੰਪਾਨੀਆ 'ਚ 3334, ਵਨੀਤੋ 3753, ਮਿਲੀਆ ਰੋਮਾਨੀਆ 'ਚ 2160, ਲਾਸੀਓ ਵਿੱਚ 2697, ਤੋਸਕਾਨਾ 'ਚ 1972, ਸਚੀਲੀਆ ਵਿੱਚ 1871, ਲਿਗੂਰੀਆ 'ਚ 792, ਪੂਲੀਆ 'ਚ 1263, ਮਾਰਕੇ 647, ਸੌਰੀ 667, ਅਬਰੂਸੋ 649, ਫਰੂਲੀ ਵੈਨੇਸੀ ਜੂਲੀਆ ਵਿੱਚ 1197 ਕੇਸਿਸ, ਉਮਰੀਆ ਵਿੱਚ 556, ਬਲਜ਼ਾਨੋ ਵਿੱਚ 703, ਸਰਦੇਨੀਆ ਵਿੱਚ 479, ਟ੍ਰੇਂਟੋ ਵਿੱਚ 266, ਕਲਾਬਰੀਆ ਵਿੱਚ 506, ਬਾਲੇ ਦੀ ਉਸਤਾ ਵਿੱਚ 91 ਕੇਸ, ਬਾਜ਼ਿਲਿਕਾਤਾ ਵਿੱਚ 270 ਅਤੇ ਮੋਲੀਜ਼ੇ ਵਿੱਚ 154 ਕੇਸ ਆਏ ਹਨ। ਜੇ ਆਪਾਂ ਅਮਰੀਕਾ ਦੀ ਗੱਲ ਕਰੀਏ ਤਾਂ ਅਮਰੀਕਾ ਦੇ ਪਿਛਲੇ 24 ਘੰਟਿਆਂ ਦੇ ਵਿੱਚ 43,047 ਕੇਸ ਆਏ ਹਨ ਅਤੇ 538 ਡੈਥ ਹੋਈਆਂ ਹਨ। ਇੰਡੀਆ ਦੇ ਵਿੱਚ 33,280 ਕੇਸ ਆਏ ਹਨ ਅਤੇ 360 ਡੈਥ ਹੋਈਆਂ ਹਨ। ਉਸ ਤੋਂ ਬਾਅਦ UK ਦੇ ਵਿੱਚ ਅੱਜ 22,915 ਕੇਸ ਆਏ ਹਨ ਅਤੇ 501 ਡੈਥ ਹੋਈਆਂ ਹਨ। ਇਸ ਤੋਂ ਬਾਅਦ ਜਰਮਨੀ ਵਿੱਚ 12,599 ਕੇਸ ਅਤੇ 123 ਡੈਥ ਹੋਈਆਂ ਹਨ। ਪੋਲੈਂਡ ਦੇ ਵਿੱਚ 23,975 ਕੇਸ, 637 ਡੈਥ ਹੋਈਆਂ ਹਨ। ਬੈਲਜੀਅਮ ਵਿੱਚ 5,182 ਕੇਸ, 186 ਡੈਥ ਹੋਈਆਂ ਹਨ। ਅਤੇ ਇਸ ਤੋਂ ਬਾਅਦ ਨੀਦਰਲੈਂਡ ਵਿੱਚ 5,645 ਕੇਸ, 73 ਡੈਥ ਹੋਈਆਂ ਹਨ। ਇਸ ਤੋਂ ਬਾਅਦ ਆਪਾਂ ਦੇਖਦੇ ਕੈਨੇਡਾ ਦੇ ਵਿੱਚ 1,211 ਕੇਸ ਆਏ ਹਨ ਅਤੇ 28 ਡੈਥ ਹੋਈਆਂ ਹਨ। ਸਵਿਟਜ਼ਰਲੈਂਡ ਦੇ ਵਿੱਚ 5,007 ਕੇਸ ਅਤੇ 62 ਡੈਥ ਹੋਈਆਂ ਹਨ। ਪੁਰਤਗਾਲ ਵਿੱਚ 6,994 ਕੇਸ ਅਤੇ 69 ਡੈਥ ਹੋਈਆਂ ਹਨ। ਆਸਟ੍ਰੇਲੀਆ ਦੇ ਵਿੱਚ 6,995 ਕੇਸ ਅਤੇ 62 ਡੈਥ ਹੋਈਆਂ ਹਨ। ਅਤੇ ਇਸ ਤੋਂ ਬਾਅਦ ਆਪਾਂ ਦੇਖਦੇ ਹਾਂ ਡੈਨਮਾਰਕ ਦੇ ਵਿੱਚ 1,297 ਕੇਸ ਅਤੇ 3 ਡੈਥ ਹੋਈਆਂ ਹਨ। ਨਾਰਵੇ ਵਿੱਚ 203 ਕੇਸ ਅਤੇ 5 ਡੈਥ ਹੋਈਆਂ ਹਨ ਅਤੇ ਆਸਟ੍ਰੇਲੀਆ ਦੇ ਵਿੱਚ 8 ਕੇਸ ਆਏ ਹਨ। ਅਤੇ ਇਸ ਤੋਂ ਬਾਅਦ ਕੈਨੇਡਾ ਤੋਂ ਨਿਊਜ਼ ਆ ਰਹੀ ਹੈ। ਕੈਨੇਡਾ ਦੇ ਸੂਬੇ ontario ਦੇ ਕਿੰਗ ਟਾਊਨਸ਼ਿਪ ਦੇ ਵਿੱਚ ਇੱਕ ਵਿਆਹ ਦੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਲਗਭਗ 16 ਜਿਹੜੇ ਗੈਸਟ ਸੀਗੇ ਕਰੋਨਾ ਵਾਇਰਸ ਦੇ ਸ਼ਿਕਾਰ ਹੋ ਗਏ ਹਨ। ਅਤੇ ਪਹਿਲੀ ਜਾਣਕਾਰੀ ਜਦੋਂ ਮਿਲੀ ਸੀ ਉਸ ਟਾਈਮ 9 ਲੋਕਾਂ ਦੇ ਕਰੋਨਾ ਪੋਜ਼ੀਟਿਵ ਹੋਣ ਦਾ ਪਤਾ ਲੱਗਾ ਸੀ, ਪਰ ਬਾਅਦ ਵਿੱਚ 7 ਹੋਰ ਲੋਕਾਂ ਦੇ ਪੋਜ਼ੀਟਿਵ ਹੋਣ ਦਾ ਪਤਾ ਲੱਗਾ ਹੈ ਅਤੇ ਕਰੋਨਾ ਪੋਜ਼ੀਟਿਵ ਨਾਲ ਪੀੜਿਤ ਹੋਣ ਵਾਲੇ ਦੀ ਗਿਣਤੀ 16 ਹੋ ਗਈ ਹੈ। ਅਤੇ ਇਸ ਤੋਂ ਇਲਾਵਾ ਅਧਿਕਾਰੀਆਂ ਦਾ ਕਹਿਣਾ ਹੈ ਕਿ ਹੋਰ ਵੀ ਲੋਕਾਂ ਦੀ ਜਿਹੜੀ ਰਿਪੋਰਟ ਪੋਜ਼ੀਟਿਵ ਆ ਸਕਦੀ ਹੈ। ਫਿਲਹਾਲ ਜਿਹੜੇ ਵਿਆਹ ਦੇ ਵਿੱਚ ਸ਼ਾਮਿਲ ਹੋਏ ਲੋਕ ਸੀ ਉਹਨਾਂ ਨੂੰ ਇਕਾਂਤਵਾਸ ਕਰ ਦਿੱਤਾ ਗਿਆ ਹੈ। ਅਤੇ ਉੱਥੇ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ontario ਦੇ ਵਿੱਚ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਲੋਕ ਕਰੋਨਾ ਵਾਇਰਸ ਦੇ ਸ਼ਿਕਾਰ ਹੋਏ ਹਨ ਅਤੇ ਇਹਨਾਂ ਦੇ ਵਿੱਚੋਂ ਬਹੁਤ ਸਾਰੇ ਲੋਕ ਜਿਹੜੇ ਹੈਗੇ ਆ ਉਹ ਵਿਆਹ ਪਾਰਟੀਆਂ ਦੇ ਵਿੱਚ ਸ਼ਾਮਿਲ ਹੋਏ ਸਨ। ਅਤੇ ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਟੋਰਾਂਟੋ ਦੇ ਜਿਹੜੇ ਉੱਚ ਡਾਕਟਰਾਂ ਨੇ ਪੇਰੈਂਟਸ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੇ ਜਿਹੜੇ ਟੀਨੇਜਰ ਬੱਚੇ ਜਵਾਨ ਬੱਚੇ ਹੈ ਉਹਨਾਂ ਨੂੰ ਬਾਹਰ ਘੁੰਮਣ ਫਿਰਨ ਤੋਂ ਅਤੇ ਕਰੋਨਾ ਨਾਲ ਜਿਹੜੀਆਂ ਪਾਬੰਦੀਆਂ ਲਗਾਈਆਂ ਗਈਆਂ ਉਹਨਾਂ ਨੂੰ ਤੋੜਨ ਤੋਂ ਰੋਕਣ, ਕਿਉਂਕਿ ਨਵੇਂ ਡਾਟਾ ਦੇ ਮੁਤਾਬਕ ਕਰੋਨਾ ਦੇ ਜਿਹੜੇ ਜ਼ਿਆਦਾ ਸ਼ਿਕਾਰ ਹੋ ਰਹੇ ਹਨ ਉਹ ਨੌਜਵਾਨ ਹੋ ਰਹੇ ਹਨ। ਅਤੇ ਟੋਰਾਂਟੋ ਦੇ ਵਿੱਚ ਹੁਣ ਤੱਕ ਕਰੋਨਾ ਦੇ 445 ਮਾਮਲੇ ਸਾਹਮਣੇ ਆਏ ਹਨ ਅਤੇ ਪਿਛਲੇ ਮੰਗਲਵਾਰ ਨੂੰ ਇਹ ਜਿਹੜਾ ਆંકੜਾ 559 ਸੀ। ਅਤੇ ਸੂਬੇ ਦੇ ਮੁੱਖ ਮੰਤਰੀ ਨੇ ਪਹਿਲਾਂ ਹੀ ਕਿਹਾ ਹੈ ਕਿ ਉਹਨਾਂ ਨੂੰ ਕਰੋਨਾ ਦੇ ਜਿਹੜੇ ਮਾਮਲਿਆਂ ਨੂੰ ਮਤਲਬ ਕਿ ਸੁਧਾਰਨ ਦੇ ਲਈ ਉਹਨਾਂ 'ਤੇ ਲਗਾਮ ਲਗਾਉਣ ਦੇ ਲਈ ਜ਼ਿਆਦਾ ਸਖਤਾਈ ਕਰਨ ਦੀ ਲੋੜ ਹੈ। ਇਸ ਤੋਂ ਬਾਅਦ ਅਗਲੀ ਨਿਊਜ਼ UK ਤੋਂ ਆ ਰਹੀ ਹੈ। UK ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਸੈਂਕੜੋ ਲੋਕ ਹੈਗੇ ਜਿਹੜੇ ਇਲੀਗਲ ਤਰੀਕੇ ਨਾਲ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਹਨ ਅਤੇ ਇਹਨਾਂ ਦੇ ਵਿੱਚੋਂ ਪੂਰਬੀ ਅੰਜਲੀਆ ਦੇ ਤੱਟ ਦੇ 30 ਮੀਟਰ ਲੰਬੀ ਮਛਲੀ ਫੜਨ ਵਾਲੀ ਕਿਸ਼ਤੀ 'ਤੇ ਸਵਾਰ 72 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਕਿਸ਼ਤੀ ਨੂੰ ਮੰਗਲਵਾਰ ਸ਼ਾਮ ਗ੍ਰੇਟ ਯਾਰਮੂਥ ਦੇ ਨੇੜੇ ਰੋਕਿਆ ਗਿਆ ਅਤੇ ਬੰਦਰਗਾਹ 'ਤੇ ਪਹੁੰਚਣ 'ਤੇ ਇਲੀਗਲ ਜਿਹੜੇ ਪ੍ਰਵਾਸੀ ਸੀ ਉਹਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ, ਜਿਨ੍ਹਾਂ ਵਿੱਚੋਂ ਇੱਕ ਲਾਤਵੀਅਨ ਅਤੇ 2 ਜਿਹੜੇ ਯੂਕਰੇਨ ਨਾਗਰਿਕ ਕਿਸ਼ਤੀ ਦੇ ਚਾਲਕ ਸੀ ਅਤੇ ਬਾਕੀ ਜਿਹੜੇ 69 ਸੀ ਉਹ ਸ਼ੱਕੀ ਜਿਹੜੇ ਪ੍ਰਵਾਸੀ ਅਲਬਾਨੀਆ ਦੇ ਨਾਗਰਿਕ ਸਨ। ਅਤੇ ਬਾਕੀ ਜਿਹੜੇ ਇਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਿਹੜੇ ਬਾਕੀ 69 ਲੋਕੀ ਹਨ ਉਹਨਾਂ ਦੀ ਇਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ ਕਾਰਵਾਈ ਇਮੀਗ੍ਰੇਸ਼ਨ
ਅਧਿਕਾਰੀਆਂ ਵੱਲੋਂ ਉਹਨਾਂ 'ਤੇ ਕਾਰਵਾਈ ਕੀਤੀ ਜਾ ਰਹੀ ਹੈ। ਤੇ ਇਸ ਤੋਂ ਬਾਅਦ ਅਗਲੀ ਨਿਊਜ਼ ਲੰਡਨ ਤੋਂ ਆ ਰਹੀ ਹੈ। ਲੰਡਨ ਦੇ ਵਿੱਚ ਜਿਹੜੀ ਹਿੰਸਕ ਵਾਰਦਾਤਾਂ ਕਾਫੀ ਵੱਧ ਰਹੀਆਂ ਹਨ ਤੇ ਪਿਛਲੇ ਦਿਨਾਂ ਦੇ ਵਿੱਚ ਇੱਕ 17 ਸਾਲਾ ਨਾਬਾਲਗ ਦੀ ਚਾਕੂ ਮਾਰ ਕੇ ਹੱਤਿਆ ਕਰਨ ਤੋਂ ਬਾਅਦ ਹੁਣ ਇੱਕ ਹੋਰ ਨਵੀਂ ਘਟਨਾ ਸਾਹਮਣੇ ਆਈ ਹੈ। ਬੁੱਧਵਾਰ ਸ਼ਾਮ ਨੂੰ ਉੱਤਰੀ ਪੱਛਮੀ ਲੰਡਨ ਦੇ ਸੁਡਬਰੀ ਹਿਲ ਸਟੇਸ਼ਨ ਦੇ ਬਾਹਰ ਇੱਕ 19 ਸਾਲਾਂ ਦੇ ਨੌਜਵਾਨ ਨੂੰ ਗੋਲੀ ਮਾਰ ਦਿੱਤੀ ਗਈ ਹੈ ਤੇ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ। ਇਸ ਗੋਲੀਬਾਰੀ ਸੰਬੰਧੀ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ ਹੈ, ਜਦਕਿ ਅਧਿਕਾਰੀਆਂ ਨੇ ਸ਼ੱਕੀ ਵਿਅਕਤੀ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਹੈ। ਤੇ ਇਸ ਤੋਂ ਬਾਅਦ ਅਗਲੀ ਨਿਊਜ਼ ਜਿਹੜੀ ਅਮਰੀਕਾ ਦੇ ਪੱਛਮੀ ਹਿਊਸਟਨ ਵਿੱਚੋਂ ਆ ਰਹੀ ਹੈ, ਜਿਸ ਦੇ ਵਿੱਚ ਇੱਕ ਘਰੇਲੂ ਹਿੰਸਾ ਦੇ ਦੌਰਾਨ ਇੱਕ ਗੋਲੀਬਾਰੀ ਦੇ ਵਿੱਚ 2 ਲੋਕਾਂ ਦੀ ਮੌਤ ਹੋ ਗਈ ਹੈ ਤੇ 3 ਜ਼ਖਮੀ ਹੋ ਗਏ ਹੈ। ਤੇ ਇਸ ਤੋਂ ਇਲਾਵਾ ਇੱਕ 32 ਮਹੀਨਿਆਂ ਦਾ ਬੱਚਾ ਵੀ ਮਿਲਿਆ ਹੈ, ਜਿਸ ਨੂੰ ਕੋਈ ਨੁਕਸਾਨ ਨਹੀਂ ਪੁੱਜਾ ਹੈ। ਅਧਿਕਾਰੀਆਂ ਨੇ ਦੱਸਿਆ ਹੈ ਕਿ ਇਸ ਤਰ੍ਹਾਂ ਲੱਗਦਾ ਹੈ ਕਿ ਇਹ ਸਾਰੇ ਇੱਕ ਦੂਜੇ ਨੂੰ ਜਾਣਦੇ ਸਨ। ਹਾਲਾਂਕਿ ਇਸ ਗੋਲਾਬਾਰੀ ਦੇ ਕਾਰਨ ਦੇ ਬਾਰੇ ਅਤੇ ਪਤਾ ਨਹੀਂ ਲੱਗ ਸਕਿਆ। ਇਸ ਤੋਂ ਬਾਅਦ ਅਗਲੀ ਨਿਊਜ਼ ਵਾਸ਼ਿੰਗਟਨ ਤੋਂ ਆ ਰਹੀ ਹੈ। US ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਉਸਨੇ ਆਪਣੇ ਤਰ੍ਹਾਂ ਦੀ ਇੱਕ ਪਹਿਲੀ COVID-19 ਸੈਲਫ ਟੈਸਟ ਕਿਟ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਦੇ ਜ਼ਰੀਏ ਘਰ ਬੈਠੇ ਹੀ ਕਰੋਨਾ ਦੇ ਜਿਹਨੂੰ ਲੱਗਦਾ ਹੈ ਕਿ ਕਰੋਨਾ ਦਾ ਸਿੰਪਟਮਸ ਹੈ, ਉਹਨਾਂ ਦੇ ਵਿੱਚ 30 ਮਿੰਟ ਦੇ ਅੰਦਰ ਅੰਦਰ ਉਹ ਆਪਣੀ ਕਰੋਨਾ ਦੀ ਸਥਿਤੀ ਦਾ ਜਾਂਚ ਕਰ ਸਕਦੇ ਹਨ। ਤੇ ਉਹਨਾਂ ਨੇ ਆਪਣੇ ਬਿਆਨ ਦੇ ਵਿੱਚ ਇਹ ਵੀ ਕਿਹਾ ਹੈ ਕਿ ਕੋਈ ਵੀ 14 ਸਾਲ ਤੋਂ ਜ਼ਿਆਦਾ ਵਾਲਾ ਵਿਅਕਤੀ ਆਪਣੇ ਨੱਕ ਤੋਂ ਲਏ ਗਏ ਸਵੈਬ ਦੇ ਜ਼ਰੀਏ ਘਰ ਬੈਠਾ ਆਪਣੀ ਕਰੋਨਾ ਦੀ ਸਥਿਤੀ ਦੀ ਜਾਂਚ ਕਰ ਸਕੇਗਾ। ਤੇ ਨਾਲ ਇਹ ਵੀ ਕਿਹਾ ਹੈ ਕਿ ਜੇਕਰ ਕਰੋਨਾ ਜੇ ਕਿਸ ਨੂੰ ਲੱਗ ਰਿਹਾ ਹੈ, ਉਹਦੀ ਉਮਰ 14 ਸਾਲ ਤੋਂ ਘੱਟ ਹੈ ਤੇ ਉਹ ਉਸਦਾ ਸੈਂਪਲ ਦਾ ਕਲੈਕਸ਼ਨ ਜਿਹੜਾ ਹੈਲਥ ਕੇਅਰ ਪ੍ਰੋਵਾਈਡਰ ਵੱਲੋਂ ਕੀਤਾ ਜਾਵੇਗਾ। ਇੱਥੇ ਤੁਹਾਨੂੰ ਦੱਸਦੀ ਹੈ ਕਿ ਪਿਛਲੇ ਜਿਹੜੇ ਟਾਈਮ ਦੇ ਵਿੱਚ ਇਟਲੀ ਤੇ ਸਪੇਨ ਦੇ ਵਿੱਚ ਦੂਜੀ ਲਹਿਰ ਦੇ ਦੌਰਾਨ ਸਭ ਤੋਂ ਜ਼ਿਆਦਾ ਮੌਤਾਂ ਇਟਲੀ ਤੇ ਸਪੇਨ ਦੇ ਵਿੱਚ ਹੋਈਆਂ ਹਨ ਤੇ ਹੁਣ ਤੱਕ ਇਟਲੀ ਦੇ ਵਿੱਚ 46,464 ਡੈਥ ਹੋ ਚੁੱਕੀਆਂ ਹਨ ਤੇ ਸਪੇਨ ਦੇ ਵਿੱਚ 41,688 ਲੋਕਾਂ ਦੀ ਮੌਤ ਹੋ ਚੁੱਕੀ ਹੈ। ਤੇ ਇਸ ਤੋਂ ਬਾਅਦ ਅਗਲੀ ਨਿਊਜ਼ ਨਿਊਜ਼ੀਲੈਂਡ ਤੋਂ ਆ ਰਹੀ ਹੈ। ਨਿਊਜ਼ੀਲੈਂਡ ਨੇ COVID-19 ਦੇ ਖਿਲਾਫ ਆਪਣੇ ਟੀਕੇ ਦੀਆਂ 5 ਮਿਲੀਅਨ ਖੁਰਾਕਾਂ ਦੀ ਸਪਲਾਈ ਤੇ ਬੈਲਜੀਅਮ ਦੇ ਜੌਨਸਨ ਫਾਰਮਾਸਿਊਟੀਕਲ ਨਾਲ ਜਿਹੜਾ ਸਮਝੌਤਾ ਕੀਤਾ ਹੈ, ਪਰ ਉਹਨਾਂ ਨਾਲ ਸ਼ਰਤ ਰੱਖੀ ਹੈ ਕਿ ਜੇਕਰ ਉਹਨਾਂ ਦਾ ਜਿਹੜਾ ਵੈਕਸੀਨ ਹੈਗੀ ਹੈ ਜ਼ਰੂਰੀ ਜਿਹੜੇ ਕਲੀਨਿਕਲ ਜਿਹੜੇ ਟੈਸਟ ਹੈਗੇ ਉਹਨਾਂ ਨੂੰ ਪਾਸ ਕਰ ਲੈਂਦਾ ਹੈ ਤਾਂ ਇਹ ਅਧਿਕਾਰੀਆਂ ਦੁਆਰਾ ਇਸ ਨੂੰ ਮਨਜ਼ੂਰੀ ਦਿੱਤੀ ਜਾਵੇਗੀ। ਤੇ ਇਸ ਦੀ ਜਾਣਕਾਰੀ ਖੋਜ ਵਿਗਿਆਨ ਤੇ ਨਵੀਨਤਾ ਮੰਤਰੀ ਮੇਗਨ ਵੁਡਸ ਨੇ ਵੀਰਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਉਹਨਾਂ ਨੇ ਆਪਣੇ ਇੱਕ ਬਿਆਨ 'ਚ ਕਿਹਾ ਹੈ ਕਿ ਜੌਨਸਨ ਨਾਲ ਹੋਏ ਸਮਝੌਤੇ ਵਿੱਚ 22 ਮਿਲੀਅਨ ਤੱਕ ਦੀ ਪਹਿਲੀ ਖੁਰਾਕ ਦੇਖੀ ਜਾ ਸਕਦੀ ਹੈ ਤੇ ਜਿਸ ਦੀ ਜਿਹੜੀ ਡਿਲੀਵਰੀ ਹੈਗੀ, ਜਿਹੜੀ ਪਹੁੰਚ ਹੈਗੀ ਆ 2021 ਦੀ ਮਤਲਬ ਕਿ ਤੀਜੀ ਤਿਮਾਹੀ ਤੇ ਕੀਤੀ ਜਾਵੇਗੀ। ਤੇ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਸਾਡੇ ਕੋਲ 30 ਲੱਖ ਵਾਧੂ ਜਿਹੜੀ ਵੈਕਸੀਨ ਹੈਗੀ ਉਸ ਦਾ ਖਰੀਦ ਕਰਨ ਦੀ ਆਪਸ਼ਨ ਹੈਗੀ ਆ, ਜਿਸ ਨੂੰ 2022 ਤੱਕ ਵੰਡਿਆ ਜਾਵੇਗਾ। ਤੇ ਇੱਥੇ ਦੱਸਣਯੋਗ ਹੈ ਕਿ ਅਕਤੂਬਰ ਵਿੱਚ ਨਿਊਜ਼ੀਲੈਂਡ ਨੇ ਫਾਈਜ਼ਰ ਤੇ ਬਾਇਓਟੈਕ ਨਾਲ 1.5 ਮਿਲੀਅਨ ਵੈਕਸੀਨ ਦੇ ਲਈ ਡੋਜ਼ਿਸ ਦੇ ਲਈ ਇੱਕ ਮਤਲਬ ਕਿ ਸੌਦੇ ਤੇ ਦਸਤਖਤ ਵੀ ਕੀਤੇ ਸਨ। ਇਹ ਸੀ ਅੱਜ ਦੀਆਂ ਕੁਝ ਖਾਸ ਖਬਰਾਂ। ਇਸ ਦੇ ਨਾਲ ਹੀ ਵੀਡੀਓ ਖਤਮ ਕਰਦੇ ਹਾਂ। ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਿਓ। ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।